श्री वाहिगुरु साहिब जी। डंडौत बंदन अनक बार, सर्व कला समरथ। डोलन ते राखो प्रभु, नानक दे कर हथ। हे प्राणनाथ गोबिंद है, कृपा निधान जगत गुरु। हे संसार ताप हरण है, करुणा मैं सब दुख हरो। हे शरण जोग दयाल है, दीना नाथ मया करो। शरीर स्वस्थ क्षीण समय, सिमरंत नानक राम दामोदर माधव। साधो मन का मान त्यागो, काम क्रोध संगत दुर्जन की। ताते अहनिस भागो, तो कहो टल गुर सेविया, अहनिस सहज सुभाए। दर्शन परसया गुरु का, जन्म मरण दुख जाए। दर्शन परसया गुरु का, जन्म मरण दुख जाए। सतनाम श्री वाहिगुरु साहिब जी। सोरठ महला नावा, जो नर दुख मैं दुख नहीं मानै। सुख स्नेहो और भै नहीं जाकै, कंचन माटी मानै। जो नर दुख मैं दुख नहीं मानै, सुख स्नेहो और भै नहीं जाकै, कंचन माटी मानै। रहाओ नह निंदिया नह उस्तत जाकै, लोभ मोह अभिमाना। हरख सोग ते रह न्यारो, नाहे मान अपमाना। आशा मनसा सगल त्यागै, जग ते रह निराशा। काम क्रोध जिह परसै नाहिन, तिह घट ब्रह्म निवासा। गुर कृपा जिह नर कौ कीनी, तिह एह जुगत पछानी। नानक लीन भयो गोबिंद स्यों, ज्यों पानी संग पानी। गुर कृपा जिह नर कौ कीनी, तिह एह जुगत पछानी। नानक लीन भयो गोबिंद स्यों, ज्यों पानी संग पानी। वाहिगुरु जी का खालसा, वाहिगुरु जी की फतेह। सच्चे पातशाह जी का पवित्र श्री मुख वाक सोरठ राग दे विच ਇਹ ਆਪਾਂ ਸ਼ਬਦ ਸਰਵਣ ਕੀਤਾ। ਇਹ ਸ਼ਬਦ ਦੇ ਅਰਥ ਆਪਾਂ ਸਰਵਣ ਕਰਾਂਗੇ।
ਜੀਵਨ ਮੁਕਤ ਦਾ ਸਰੂਪ ਸਤਿਗੁਰੂ ਜੀ ਨੇ ਦੱਸਿਆ। ਬ੍ਰਹਮ ਗਿਆਨੀ ਦਾ ਵਰਤਾਰਾ ਸੰਸਾਰ ਵਿੱਚ ਕਿਸ ਤਰ੍ਹਾਂ ਵਰਤਦੇ ਆ, ਅੰਦਰੋਂ ਕਿਸ ਤਰ੍ਹਾਂ ਰਹਿੰਦੇ ਆ, ਉਹਨਾਂ ਦੀ ਮਨ ਦੀ ਹਾਲਤ ਕਿਹੋ ਜਿਹੀ ਹੁੰਦੀ ਆ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਸ਼ਬਦ ਵਿੱਚ ਗਰੀਬ ਨਵਾਜ਼ ਦੱਸਦੇ ਆ। ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ, ਅਵਤਾਰ ਧਾਰਨ ਤੋਂ ਲੈ ਕੇ ਬਾਬਾ ਬਕਾਲਾ ਸਾਹਿਬ ਆਉਣ ਤੱਕ ਦੀ ਕਥਾ, ਇਹ ਆਪਾਂ ਜਿੱਦਣ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੋਇਆ, ਜੇ ਵਿਸ਼ੇਸ਼ ਕੋਈ ਉਦਣ ਕਥਾ ਕਰਨੀ ਹੋਈ ਤਾਂ ਫਿਰ ਅਗਲੇ ਦਿਨ ਕਰ ਲਾਂਗੇ, ਨਹੀਂ ਤਾਂ ਉਸੇ ਦਿਨ ਹੀ ਆਪਾਂ ਕਰ ਲਾਂਗੇ। ਤੇ ਹੁਣ ਮੈਂ ਬਾਬਾ ਬਕਾਲਾ ਸਾਹਿਬ ਤੋਂ ਸ਼ੁਰੂ ਕਰੂੰਗਾ ਤੇ ਸੰਖੇਪ ਰੂਪ 'ਚ ਹੀ, ਕਿਉਂਕਿ ਇੰਨੇ ਸਮੇਂ 'ਚ ਮਹਾਰਾਜ ਦਾ ਸਾਰਾ ਜੀਵਨ ਨਹੀਂ ਸੁਣਾਇਆ ਜਾਣਾ, ਪਰ ਜਿੱਥੇ ਕੋਈ ਵਿਸਥਾਰ ਆਵੇਗਾ, ਜਿਵੇਂ ਬਾਬਾ ਬਕਾਲਾ ਸਾਹਿਬ ਦਾ ਵਿਸਥਾਰ ਆਉਂਦਾ, ਇਹ ਆਪਾਂ ਥੋੜਾ ਵਿਸ਼ੇਸ਼ ਕਰਕੇ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ। ਸਤਿਗੁਰੂ ਜੀ ਦਾ ਕੱਲ ਕੇ ਪਰਸੋਂ ਜੋਤੀ ਜੋਤ ਪੁਰਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਲੰਘਿਆ ਤੇ ਸਤਿਗੁਰੂ ਜੀ ਨੇ ਦੱਸ ਦਿੱਤਾ ਸੀ ਮਹਾਰਾਜ ਨੇ ਕਿ ਅਸੀਂ ਜੋਤੀ ਜੋਤ ਸਮਾਉਣਾ। 7 ਦਿਨ ਪਹਿਲਾਂ ਸਤਿਗੁਰੂ ਜੀ ਇੱਕ ਕੋਠੇ ਵਿੱਚ ਪ੍ਰਵੇਸ਼ ਹੋ ਗਏ ਤੇ ਜੋਤੀ ਜੋਤ ਸਮਾਉਣ ਬਦਲੇ ਤਾਂ ਮਹਾਰਾਜ ਨੇ ਕਈ ਚਿਰ ਪਹਿਲਾਂ ਕਹਿਤਾ ਸੀ ਅਸੀਂ ਫਲਾਣੇ ਸਮੇਂ ਨੂੰ ਅਸੀਂ ਸੱਚਖੰਡ ਚਾਲਾ ਮਾਰਨਾ ਵਾ। ਤੀਰਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਆ ਕੀਰਤਪੁਰ ਸਾਹਿਬ, ਜਦੋਂ ਬਾਬਾ ਗੁਰਦਿੱਤਾ ਜੀ ਦੇ ਪਾਵਨ ਸਥਾਨ ਦਾ ਦਰਸ਼ਨ ਕਰੀਏ ਤੇ ਨਾਲ ਹੀ ਥੱਲੇ ਪੌੜੀਆਂ ਉਤਰਦੇ ਜਿੱਥੋਂ ਗੱਡੀਆਂ ਚੜ੍ਹਦੀਆਂ ਉਸ ਤੋਂ ਦੂਸਰੇ ਪਾਸੇ ਨੂੰ, ਤੇ ਉੱਥੇ ਗੁਰਦੁਆਰਾ ਤੀਰਗੜ੍ਹ ਸਾਹਿਬ ਹੈ। ਉੱਥੋਂ ਸਤਿਗੁਰਾਂ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਸਾਹਿਬ ਸਥਾਨ ਪ੍ਰਗਟ ਕੀਤਾ ਸੀ, ਤਾਂ ਉਹਨੂੰ ਗੁਰਦੁਆਰਾ ਤੀਰਗੜ੍ਹ ਸਾਹਿਬ ਕਹਿੰਦੇ ਆ। ਤੇ ਪਤਾਲਪੁਰੀ ਸਾਹਿਬ ਵਾਲੇ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਕੋਠਾ ਬਣਵਾਇਆ ਸੀ। ਸੱਚੇ ਪਾਤਸ਼ਾਹ ਮਹਾਰਾਜ ਜਦੋਂ 7 ਦਿਨ ਪਹਿਲਾਂ ਉਸ ਕੋਠੇ ਵਿੱਚ ਪ੍ਰਵੇਸ਼ ਕੀਤੇ ਸੀ ਤੇ ਸਾਰੀਆਂ ਹੀ ਸੰਗਤਾਂ ਆਈਆਂ ਮਹਾਰਾਜ ਦਾ ਦਰਸ਼ਨ ਕਰਨ, ਤੇ ਨਾਲੇ ਸਤਿਗੁਰਾਂ ਜੀ ਨੇ ਗੁਰਿਆਈ ਤਖਤ ਅੱਗੇ ਬਖਸ਼ਿਸ਼ ਕਰਨਾ ਸੀ। ਤੇ ਮਹਾਰਾਜ ਨੇ ਨਿਯਤ ਦਿਨ ਤੇ ਫਿਰ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਤਿਗੁਰਾਂ ਜੀ ਨੇ ਗੁਰਿਆਈ ਬਖਸ਼ਿਸ਼ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਫਿਰ ਦੁਪਹਿਰ ਦਾ ਪ੍ਰਸ਼ਾਦਾ ਛਕ ਰਹੇ ਸੀ। ਜਦੋਂ ਪ੍ਰਸ਼ਾਦਾ ਛਕ ਕੇ ਮਹਾਰਾਜ ਹਟੇ ਆ ਤੇ ਗੁਰੂ ਸਾਹਿਬ ਨੇ ਵੇਖਿਆ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਸਤਿਗੁਰੂ ਜੀ ਦੇ ਪਲੰਗੇ ਦੇ ਪੈਂਦ ਵਾਲੇ ਪਾਸੇ ਹੱਥ ਜੋੜ ਕੇ ਖੜੇ ਆ ਤੇ ਆਪਣੇ ਪੈਰ ਦੇ ਅੰਗੂਠੇ ਨਾਲ ਧਰਤੀ ਦੇ ਉੱਤੇ ਜਿਹੜਾ ਉਹ ਲੀਕ ਜੀ ਬਣਾਈ ਜਾਂਦੇ ਆ, ਉਹਦੇ ਨਾਲ ਮਿੱਟੀ ਪੁੱਟਦੇ ਆ ਤੇ ਜਿਵੇਂ ਚਿੱਤ ਵਿੱਚ ਬੜੀ ਚਿੰਤਾ ਹੁੰਦੀ ਆ, ਇਸ ਤਰ੍ਹਾਂ ਦੀ ਹਾਲਤ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖ ਕੇ ਸਤਿਗੁਰਾਂ ਜੀ ਨੇ ਆਪ ਹੀ ਪੁੱਛਿਆ, ਕਿਉਂਕਿ ਮਾਤਾ ਨਾਨਕੀ ਜੀ ਕਰਨ ਤਾਂ ਬੇਨਤੀ ਆਏ ਮਹਾਰਾਜ ਨੂੰ, ਪਰ ਸਤਿਗੁਰੂ ਜੀ ਦੇ ਸਾਹਮਣੇ ਹਿਆ ਨਹੀਂ ਪੈਂਦਾ। ਬੇਨਤੀ ਕਰਨਾ ਚਾਹੁੰਦੇ ਆ ਪਰ ਦਿਲ ਤੇ ਹਿੰਮਤ ਨਹੀਂ ਜਟਾ ਪਾ ਰਹੇ ਕਿ ਮਹਾਰਾਜ ਨੂੰ ਕਿਵੇਂ ਬੇਨਤੀ ਕਰੀਏ। ਫਿਰ ਸਤਿਗੁਰਾਂ ਜੀ ਨੇ ਆਪ ਹੀ ਪੁੱਛਿਆ ਵੀ ਆਓ ਨਾਨਕੀ ਕਿਵੇਂ ਆਏ ਹੋ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਫਿਰ ਮਾਤਾ ਨਾਨਕੀ ਜੀ ਨੇ ਬਹੁਤ ਹਲੀਮੀ ਨਾਲ ਤਰਕ ਦੀ ਜ਼ੁਬਾਨ ਨਾਲ ਮਹਾਰਾਜ ਜੀ ਨੂੰ ਆਖਿਆ, ਹਾਂ ਸੱਚੇ ਪਾਤਸ਼ਾਹ ਅਸੀਂ ਚਿੱਤ ਦੀ ਬੇਨਤੀ ਲੈ ਕੇ ਆਪ ਜੀ ਕੋਲ ਆਏ ਹਾਂ, ਪਰ ਸਾਡਾ ਮਨ ਦਾ ਹੌਸਲਾ ਨਹੀਂ ਪੈਂਦਾ। ਸਤਿਗੁਰਾਂ ਜੀ ਨੇ ਫਿਰ ਕਿਹਾ, ਕਹੋ ਤੁਸੀਂ ਆਪਣੇ ਮਨ ਦੀ ਗੱਲ ਕਹੋ, ਨਿਝੱਕ ਹੋ ਕੇ ਕਹੋ, ਜੋ ਵੀ ਤੁਹਾਡੇ ਮਨ 'ਚ ਫੁਰਨਾ ਕਹੋ। ਜਦੋਂ ਮਹਾਰਾਜ ਜੀ ਨੇ ਉਹ ਕਿਹਾ, ਬਲ ਦਿੱਤਾ ਬੋਲਣ ਦਾ, ਫਿਰ ਮਾਤਾ ਨਾਨਕ ਜੀ ਨੇ ਬਹੁਤ ਪ੍ਰੇਮ ਨਾਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਮੇਰੇ ਪੁੱਤਰ ਨਾਲ ਬੜਾ ਪਿਆਰ ਕਰਦੇ ਸੀ। ਮਹਾਰਾਜ ਇੰਨਾ ਪਿਆਰ ਆਪਣੇ
ਹੋਰ ਕਿਸੇ ਪੁੱਤਰ ਨੂੰ ਆਪ ਭਾਵੇਂ ਨਹੀਂ ਸੀ ਕਰਦੇ, ਪਰ ਮਹਾਰਾਜ ਆਪਣੇ ਪੋਤਰੇ ਨੂੰ ਨਵਾਜ ਦਿੱਤਾ, ਕਿਉਂਕਿ ਮਾਤਾ ਨਾਨਕੀ ਜੀ ਦੇ ਚਿੱਤ ਦਾ ਖਿਆਲ ਸੀ ਕਿ ਗੁਰੂ ਸਾਹਿਬ ਜੀ ਮੇਰੇ ਪੁੱਤਰ ਨੂੰ ਗੁਰਿਆਈ ਬਖਸ਼ਿਸ਼ ਕਰਨਗੇ। ਤੇ ਜਦੋਂ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੁਸਕਰਾ ਪਏ ਗਰੀਬ ਨਵਾਜ। ਸਤਿਗੁਰਾਂ ਜੀ ਨੇ ਆਖਿਆ, ਨਾਨਕੀ ਆਪਣੇ ਚਿੱਤ ਵਿੱਚ ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰੋ, ਇਹ ਗੁਰਿਆਈ ਦੇ ਮਾਲਕ ਹੋਣਗੇ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਹੀ ਬਚਨ ਮਾਤਾ ਨਾਨਕੀ ਜੀ ਨੂੰ ਕਿਹਾ ਕਿ ਗੁਰਿਆਈ ਦੇ ਮਾਲਕ ਹੋਣਗੇ। ਜੋ ਕਾਰਜ ਕਰਨ ਨੂੰ ਸੰਸਾਰ ਤੇ ਆਏ ਆ, ਇਹਨਾਂ ਵਰਗਾ ਕਾਰਜ ਕੋਈ ਨਹੀਂ ਕਰ ਸਕਿਆ, ਨਾ ਕੋਈ ਕਰ ਸਕੇਗਾ। ਧਰਮ ਨੂੰ ਆਸਰਾ ਦੇਣਗੇ, ਧਰਮ ਨੂੰ ਸਥਾਪਿਤ ਕਰ ਦੇਣਗੇ, ਧਰਮ ਦੀ ਚਾਦਰ ਖਵਾਉਣਗੇ। ਇਹ ਸਤਿਗੁਰਾਂ ਜੀ ਨੇ ਬਹੁਤ ਵਰਦਾਨ ਦੇ ਬਚਨ ਕਹੇ। ਉਦੋਂ ਹੀ ਸਤਿਗੁਰਾਂ ਜੀ ਨੇ ਫਿਰ ਹੋਰ ਵਰਦਾਨ ਦਾ ਬਚਨ ਆਪਣੇ ਸ਼੍ਰੀ ਕੰਠ ਤੋਂ ਕਹਿੰਦਿਆਂ ਹਾਂ ਕਿਹਾ, ਨਾਨਕੀ ਇਹਨਾਂ ਦੇ ਘਰ ਬਹੁਤ ਪ੍ਰਤਾਪੀ, ਬਹੁਤ ਸੂਰਬੀਰ, ਸ਼ਸਤਰਾਂ ਦੇ ਧਨੀ ਪੁੱਤਰ ਦਾ ਅਵਤਾਰ ਹੋਊਗਾ। ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਨੂੰ ਉਹ 4 ਚੰਨ ਲਾ ਦੇਣਗੇ, ਬਹੁਤ ਪ੍ਰਤਾਪ ਹੋਊਗਾ। ਕੋਈ ਸੰਸਾਰ ਦਾ ਵੱਡੇ ਤੋਂ ਵੱਡਾ ਸੂਰਬੀਰ ਵੀ ਉਹਨਾਂ ਦੀ ਸ਼੍ਰੀ ਸਾਹਿਬ ਦੇ ਸਾਹਮਣੇ ਟਿਕ ਨਹੀਂ ਸਕੂਗਾ। ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦੇਣਗੇ। ਬੜੇ ਵਰਦਾਨ ਦੇ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖੇ। ਤੇ ਇੱਕ ਤੌਲੀਏ ਨਵਾਂ ਰੁਮਾਲ ਦੇ ਨਾਲ ਮਹਾਰਾਜ ਹੱਥ ਧੋਣ ਤੋਂ ਬਾਅਦ ਸਾਫ਼ ਕਰ ਰਹੇ ਸੀ, ਤੇ ਉਹ ਰੁਮਾਲ ਮਾਤਾ ਨਾਨਕੀ ਜੀ ਦੀ ਝੋਲੀ ਚ ਪਾ ਕੇ ਮਹਾਰਾਜ ਨੇ ਆਖਿਆ, ਤੁਸੀਂ ਸਾਡੇ ਬਚਨਾਂ ਦੇ ਸਫਲ ਹੋਣ ਦੀ ਉਡੀਕ ਕਰੋ ਤੇ ਬਾਬਾ ਬਕਾਲਾ ਸਾਹਿਬ ਚਲੇ ਜਾਓ। ਬਾਬਾ ਨਾਮ ਤਾਂ ਫਿਰ ਬਾਅਦ ਪਿਆ, ਬਕਾਲਾ ਨਗਰ ਸੀਗਾ। ਸਤਿਗੁਰਾਂ ਜੀ ਨੇ ਆਗਿਆ ਕੀਤੀ ਕਿ ਸਾਡੇ ਬਚਨਾਂ ਦੇ ਸਫਲ ਹੋਣ ਤੱਕ ਤੁਸੀਂ ਉੱਥੇ ਰਹੋ। ਮਾਤਾ ਨਾਨਕੀ ਜੀ ਏਡੇ ਵੱਡੇ ਵਰਦਾਨ ਸੁਣ ਕੇ ਬਹੁਤ ਹਿਰਦਾ ਪਿਆਰ ਦੇ ਨਾਲ ਭਰ ਗਿਆ। ਐਡੀਆਂ ਵੱਡੀਆਂ ਬਖਸ਼ਿਆਂ, ਬਹੁਤ ਮਾਤਾ ਨਾਨਕੀ ਜੀ ਸਦ ਪ੍ਰਣਾਮ ਮਹਾਰਾਜ ਦੇ ਚਰਨਾਂ ਤੇ ਕੀਤਾ। ਤੇ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਨਾਲ ਲੈ ਕੇ, ਕਿਉਂਕਿ ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਮਾਵਾਂ ਦਾ ਜਿਵੇਂ ਸੁਭਾਅ ਹੁੰਦਾ, ਮਹਾਰਾਜ ਨੂੰ ਇਉਂ ਸਮਝਦੇ ਸੀਗੇ ਕਿ ਇਹਨਾਂ ਨੂੰ ਦੁਨੀਆਦਾਰੀ ਦਾ ਕੋਈ ਗਿਆਨ ਨਹੀਂ ਹੈਗਾ, ਸੋਝੀ ਨਹੀਂ ਹੈਗੀ ਕੋਈ ਕੰਮਕਾਰ ਦੀ, ਮਸਾਂਦਰ ਨਾਲ ਕਿਸੇ ਨਾਲ ਮੇਲ ਜੋਲ ਨਹੀਂ ਮਹਾਰਾਜ ਦਾ, ਭਾਵ ਗੁਰੂ ਤੇਗ ਬਹਾਦਰ ਸਾਹਿਬ ਦਾ। ਤੇ ਨੂੰ ਜਦੋਂ ਸੰਸਾਰ ਦੇ ਵਿਹਾਰਾਂ ਬਾਰੇ ਨਹੀਂ ਪਤਾ ਤੇ ਫਿਰ ਨਿਰਭਾ ਕਿਵੇਂ ਹੋਊਗਾ। ਇਹ ਚਿੰਤਾ ਲੈ ਕੇ ਮਾਤਾ ਨਾਨਕੀ ਜੀ ਆਏ ਸੀ, ਤੇ ਪਰ ਨਹੀਂ ਸੀ ਜਾਣਦੇ ਕਿ ਤਾਂ ਰਿਜ਼ਕ ਦਾਤਾ ਹਨ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹਨ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਬਖਸ਼ਿਸ਼ਾਂ ਸਤਿਗੁਰਾਂ ਜੀ ਨੇ ਰਹਿਮਤ ਕਰਕੇ ਕੀਤੀਆਂ, ਤੇ ਉਹਨਾਂ ਬਖਸ਼ਿਸ਼ਾਂ ਨਾਲ ਹੀ ਮਾਤਾ ਨਾਨਕੀ ਜੀ ਨੂੰ ਫਿਰ ਧਰਵਾਸ ਆ ਗਈ। ਤੇ ਗੁਰੂ ਮਹਾਰਾਜ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸਤਿਗੁਰੂ ਜੀ ਫਿਰ ਜੋਤੀ ਜੋਤ ਸਮਾਏ ਆ, ਮਾਤਾ ਨਾਨਕੀ ਜੀ ਆਪਣੇ ਨਗਰ ਇੱਥੇ ਫਿਰ ਬਕਾਲੇ ਆ ਗਏ। ਤੇ ਜਿੱਥੇ ਅੱਜ ਗੁਰਦੁਆਰਾ ਭੋਰਾ ਸਾਹਿਬ ਹੈ, ਇੱਥੇ ਮਾਤਾ ਜੀ ਦਾ ਗ੍ਰਹਿ ਸੀ। ਤੇ ਇਸ ਘਰ ਵਿੱਚ ਫਿਰ ਜਦੋਂ ਰਿਹਾਇਸ਼ ਕੀਤੀ ਆ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿੰਦਗੀ ਦਾ ਲੰਮਾ ਸਮਾਂ ਸਤਿਗੁਰਾਂ ਜੀ ਨੇ ਭੋਰਾ ਸਾਹਿਬ ਦੇ ਅੰਦਰ ਬੰਦਗੀ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ ਸੀਗਾ
ਮਹਾਰਾਜ ਇਕਾਂਤ ਰਹਿਣਾ ਬਹੁਤਾ ਪਸੰਦ ਕਰਦੇ ਹੁੰਦੇ ਸੀ। ਤੇ ਸਤਿਗੁਰੂ ਜੀ ਦੇ ਜਿਹੜੇ ਵੀ ਅਸਥਾਨ ਤੁਸੀਂ ਵੇਖੋਗੇ ਉੱਥੇ ਭੋਰਾ ਸਾਹਿਬ ਜ਼ਰੂਰ ਹੋਊਗਾ। ਸੱਚੇ ਪਾਤਸ਼ਾਹ ਮਹਾਰਾਜ ਨੇਤਰ ਬੰਦ ਕਰਕੇ ਆਪਣੇ ਨਿਜ ਸਰੂਪ 'ਚ ਹੀ ਸਦਾ ਲੀਨ ਰਹਿੰਦੇ। ਇੱਥੇ ਹੀ ਫਿਰ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਬੰਦਗੀ 'ਚ ਲੀਨ ਸੀਗੇ, ਮਾਤਾ ਨਾਨਕੀ ਜੀ ਉਸ ਸਮੇਂ ਨੂੰ ਚੇਤੇ ਕਰਦੇ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਕਹੇ ਹੋਏ ਬਚਨਾਂ ਨੂੰ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦਿੱਲੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣਾ ਪੰਜ ਪੂਤਕ ਸਰੀਰ ਸਤਿਗੁਰਾਂ ਜੀ ਨੇ ਛੱਡਣਾ ਸੀਗਾ, ਜੋਤੀ 'ਚ ਜੋਤ ਲੀਨ ਕਰਨੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਉਦੋਂ ਗੁਰਬਖਸ਼ ਮਸੰਦ ਨੇ ਦਿੱਲੀ ਦੀਆਂ ਸੰਗਤਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੋਤੀ ਜੋਤ ਸਮਾਉਣ ਲੱਗੇ ਹੋ ਇੰਨੀ ਬਾਲ ਅਵਸਥਾ ਵਿੱਚ, ਤੇ ਵੱਡੇ ਸਤਿਗੁਰੂ ਜੀ ਅੱਗੇ ਗੁਰਿਆਈ ਥਾਪ ਕੇ ਹੀ ਮਹਾਰਾਜ ਸੱਚਖੰਡ ਜਾਂਦੇ। ਸੰਗਤਾਂ ਨੂੰ ਮਹਾਰਾਜ ਕਿਹਦੇ ਲੜ ਆਪ ਲਾ ਕੇ ਚੱਲੇ ਹੋ? ਫਿਰ ਮਹਾਰਾਜ ਨੇ ਆਗਿਆ ਕੀਤੀ ਸੀ ਕਿ ਭਾਈ ਦੀਵਾਨ ਸਜਾਓ, ਅਸੀਂ ਇਹ ਰਸਮ ਵੀ ਪੂਰੀ ਕਰ ਦਿਆਂਗੇ। ਫਿਰ ਦੀਵਾਨ ਸਜਿਆ। ਦਿੱਲੀ ਦੀਆਂ ਸਿੰਘ ਸੰਗਤਾਂ ਹੈਰਾਨ ਸੀ, ਮਹਾਰਾਜ ਕਿਹਨੂੰ ਗੁਰਿਆਈ ਦੇਣਗੇ। ਸੱਚੇ ਪਾਤਸ਼ਾਹ ਨੇ ਜਿਸ ਤਖਤ ਤੇ ਮਹਾਰਾਜ ਆਪ ਬੈਠਦੇ ਸੀ, ਤਖਤ ਤਾਂ ਉਹ ਖਾਲੀ ਹੈ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਧਿਆਨ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਉਸ ਤਖਤ ਤੇ ਸਥਿਤ ਕੀਤਾ। ਪਰਿਕਰਮਾ ਕੀਤੀਆਂ, 5 ਪੈਸੇ ਨਾਰੀਅਲ ਭੇਟ ਕਰਕੇ ਗੁਰਿਆਈ ਤਖਤ ਦੇ ਅੱਗੇ ਮਹਾਰਾਜ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਮੱਥਾ ਟੇਕਿਆ ਤੇ ਆਖਿਆ, ਬਾਬਾ ਬਸਹਿ ਗ੍ਰਾਮ ਬਕਾਲੇ, ਬਲ ਗੁਰ ਸੰਗਤ ਆਪ ਸੰਭਾਲੇ। ਇਹ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨ ਕਹਿਣ ਤੋਂ ਸੋਢੀਆਂ ਨੇ ਆ ਕੇ 22 ਮੰਜੀਆਂ ਬਾਹਰ ਲਾ ਲਈਆਂ ਸੀ। ਖੁਦ ਧੀਰ ਮਲ ਵੀ ਆਇਆ ਸੀ। ਤੇ ਕੋਈ ਵੀ ਹੋਰ ਸੋਢੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨ ਕਹਿਣ ਤੋਂ ਪਹਿਲਾਂ ਉੱਥੇ ਬਕਾਲਾ ਸਾਹਿਬ ਵਿੱਚ ਨਹੀਂ ਸੀ ਕੋਈ ਵੀ ਰਹਿੰਦਾ। ਇਹ ਮਹਾਰਾਜ ਦੇ ਬਚਨ ਕਹਿਣ ਤੋਂ ਬਾਅਦ ਵਿੱਚ ਸਾਰੇ ਆ ਕੇ ਕਿ ਮਹਾਰਾਜ ਬਚਨ ਕਹਿਤਾ, ਸ਼ਾਇਦ ਸੰਗਤਾਂ 'ਚ ਅਸੀਂ ਹੀ ਗੁਰੂ ਬਣ ਕੇ ਪ੍ਰਗਟ ਹੋ ਜਾਵਾਂਗੇ। ਉਸ ਸਮੇਂ ਫਿਰ ਇਹ 22 ਗੁਰੂ ਬਣ ਬੈਠੇ ਤੇ ਮੱਖਣ ਸ਼ਾਹ ਦਾ ਵਪਾਰੀ ਸੀ, ਜਹਾਜ਼ ਬਰੇਤੀ 'ਚ ਫਸਿਆ, ਸਮੁੰਦਰੀ ਜਹਾਜ਼, ਤੇ ਬਹੁਤ ਯਤਨ ਕੀਤੇ ਹਨ, ਪਰ ਜਹਾਜ਼ ਸਮੁੰਦਰ ਦਾ ਕੋਈ ਟਾਪੂ ਸੀ, ਬੀਆਬਾਨ ਉਜਾੜ, ਉੱਥੇ ਰੇਤ ਵਿੱਚ ਜਹਾਜ਼ ਖੁੱਭ ਗਿਆ ਸੀ। ਤੇ ਕਈ ਦਿਨਾਂ ਦੇ ਯਤਨਾਂ ਤੋਂ ਜਦੋਂ ਇਹਦੇ ਸਿਪਾਹੀਆਂ ਨੇ, ਮਲਾਹਾਂ ਨੇ ਸਭ ਜ਼ੋਰ ਲਾ ਲਿਆ, ਪਰ ਉਹ ਇੰਨੀ ਬੁਰੀ ਤਰ੍ਹਾਂ ਖੁੱਭ ਗਿਆ ਸੀ ਰੇਤ ਵਿੱਚ ਕਿ ਨਿਕਲਦਾ ਨਹੀਂ ਸੀਗਾ, ਤੇ ਰਾਸ਼ਨ ਪਾਣੀ ਵੀ ਮੁੱਕਦਾ ਜਾ ਰਿਹਾ ਸੀ। ਤੇ ਫਿਰ ਮੱਖਣ ਸ਼ਾਹ ਨੇ ਸਤਿਗੁਰਾਂ ਜੀ ਦਾ ਧਿਆਨ ਕਰਕੇ ਅਰਦਾਸ ਕੀਤੀ। ਫਿਰ ਜਦੋਂ ਅਰਦਾਸ ਕੀਤੀ ਤੇ ਫਿਰ ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਿਆਈ ਸੌਂਪ ਕੇ ਤੇ ਜੋਤੀ ਜੋਤ ਸਮਾ ਗਏ ਸੀ। ਫਿਰ ਅਰਦਾਸ ਕਰਕੇ ਜਦੋਂ ਸਾਰਿਆਂ ਨੇ ਜ਼ੋਰ ਲਾਇਆ, ਤੇ ਜ਼ੋਰ ਲਾਉਣ ਦਾ ਤੇ ਬਹਾਨਾ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫਿਰ ਮੋਢਾ ਦਿੱਤਾ ਸੱਚੇ ਪਾਤਸ਼ਾਹ ਨੇ, ਤੇ ਜਹਾਜ਼ ਜਿਹੜਾ ਸੀ ਉਹ ਉਹਨਾਂ ਕੀ ਵੇਖਿਆ ਵੀ ਥੋੜੇ ਯਤਨ ਤੋਂ ਹੀ ਝੱਟ ਹੀ ਬਰੇਤੀ 'ਚ ਠਿਲ ਗਿਆ, ਬਰੇਤੀ 'ਚੋਂ ਪਾਣੀ 'ਚ ਠਿਲ ਗਿਆ ਕਿ ਇੰਨਾ ਯਤਨ ਕੀਤਾ ਸੀ ਤੇ ਪਰ ਜਹਾਜ਼ ਹਿਲਦਾ ਤੱਕ ਨਹੀਂ। ਤੇ ਸਤਿਗੁਰਾਂ ਜੀ ਨੇ ਮੋਢਾ ਦੇ ਕੇ ਤੇ ਜਹਾਜ਼ ਨੂੰ ਪਾਣੀ 'ਚ ਠੇਲਤਾ। ਖੁਸ਼ੀਆਂ ਨਾਲ ਸਾਰੇ ਤੁਰ ਪਏ। ਭਾਵੇਂ ਮੱਖਣ ਸ਼ਾਹ ਨੇ 500 ਮੋਹਰ ਅਰਦਾਸ ਕੀਤੀ ਸੀ, ਸੁਖੀ ਸੀ। ਜਦੋਂ ਆਇਆ ਫਿਰ ਪਤਾ ਲੱਗਾ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ ਤੇ ਬਚਨ ਕਰ ਗਏ ਆ ਕਿ ਗੁਰੂ ਸਾਹਿਬ ਬਾਬੇ ਬਕਾਲੇ ਸਾਹਿਬ 'ਚ ਆ। ਫਿਰ ਮੱਖਣ ਸ਼ਾਹ ਆਪਣੇ 500 ਸਿਪਾਹੀਆਂ ਸਮੇਤ ਇੱਥੇ ਆਉਂਦਾ, ਬਾਰ-ਬਾਰ ਡੇਰਾ ਕਰਦਾ, ਤੇ ਸਭ ਦੇ ਅੰਦਰ ਖਬਰ ਫੈਲ ਜਾਂਦੀ ਹੈ ਕਿ ਇੱਕ ਵੱਡਾ ਵਪਾਰੀ ਮੱਖਣ ਸ਼ਾਹ ਆਇਆ, ਬੜਾ ਅਮੀਰ ਆ, ਤੇ ਉਹ ਗੁਰੂ ਜੀ ਦੀ ਭਾਲ 'ਚ ਆਇਆ।
ਤੇ ਸਾਰਿਆਂ ਦੇ ਮਸੰਦ ਜਿਹੜੇ ਸੀ ਉਹ ਮੱਖਣ ਸ਼ਾਹ ਦੇ ਕੋਲ ਪਹੁੰਚ ਕਰਨ ਲੱਗ ਪਏ, ਕਿਉਂਕਿ ਹਰੇਕ ਨੇ ਭੇਜਿਆ ਕਿ ਜੇ ਮੱਖਣ ਸ਼ਾਹ ਮੇਰੇ ਜਿਹੜਾ ਅਧੀਨ ਹੋ ਗਿਆ, ਮੇਰੀ ਸਿੱਖੀ ਪ੍ਰਵਾਨ ਕਰ ਗਿਆ, ਤੇ ਫਿਰ ਅਮੀਰ ਸਿੱਖ ਵਾ ਤੇ ਆਪਣੀ ਜਿਹੜੀ ਆ ਗੁਰਤਾ ਗੱਦੀ ਵਧੀਆ ਚਮਕੇਗੀ। ਸਾਰਿਆਂ ਮਸੰਦਾਂ ਨੇ ਪਹੁੰਚ ਕੀਤੀ। ਮੱਖਣ ਸ਼ਾਹ ਫਿਰ ਅਗਲੇ ਦਿਨ ਤਿਆਰੀ ਕਰ ਲਈ ਤੇ ਪਤਾ ਲੱਗਾ ਵੀ ਇਹ ਤਾਂ ਬਾਈ ਆ, ਤੇ ਆਖਿਆ ਬਾਈਆਂ ਚੋਂ ਅਸਲੀ ਕੌਣ, ਕਿੱਦਾਂ ਮਨਾਂ ਪਛਾਣਾ। ਫਿਰ ਮਨ ਨੇ ਅੰਦਰੋਂ ਆਵਾਜ਼ ਦਿੱਤੀ ਵਿਵੇਕ ਨੇ ਕਿ ਜਹਾਜ਼ ਤਾਂ ਤੇਰਾ ਅਸਲੀ ਗੁਰੂ ਜਿਹੜੇ ਪੂਰੇ ਆ ਉਹਨਾਂ ਨੇ ਲਾਇਆ ਬੰਨੇ, ਕਿਸੇ ਅਧੂਰੇ ਨੇ ਨਹੀਂ ਲਾਇਆ। ਇਸ ਕਰਕੇ ਤੂੰ ਮਨ ਦਾ ਫੁਰਨਾ ਕਰੀ, ਜਿਹੜਾ ਮਨ ਦੇ ਫੁਰਨੇ ਦਾ ਉੱਤਰ ਦੇ ਦੇਗਾ ਉਹੀ ਪੂਰਾ ਗੁਰੂ ਆ। ਫਿਰ ਮੱਖਣ ਸ਼ਾਹ ਸਭ ਤੋਂ ਪਹਿਲਾਂ ਧੀਰਮਲ ਕੋਲ ਗਿਆ। ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਆ ਬਾਬਾ ਧੀਰਮਲ ਜੀ, ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਵੱਡੇ ਭਰਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਧੀਰਮਲ ਜੀ। ਵੇਖੋ ਕਿੱਡੀ ਵੱਡੀ ਉਹਨਾਂ ਦੇ ਕੋਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਸ਼ ਬੰਸ ਹੋਣ ਦੀ ਦਾਤ ਵਾ। ਤੇ ਪਰ ਸਿੱਖ ਸੰਗਤਾਂ ਨੂੰ ਪਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖਿਲਾਫ ਵੀ ਇਹਨੇ ਸ਼ਾਹਜਹਾਂ ਦੇ ਕੋਲ ਚਿੱਠੀਆਂ ਭੇਜੀਆਂ ਸੀਗੀਆਂ। ਅਖੀਰਲੀ ਜੰਗ ਵੇਲੇ ਵੀ ਇਹ ਮੁਗਲਿਆ ਹਕੂਮਤ ਦੇ ਹੱਕ ਵਿੱਚ ਭੁਗਤਿਆ ਸੀ ਧੀਰਮਲ, ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ। ਗਾਂ ਤਾਂ ਫਿਰ ਹੋਰ ਕੀ ਸ਼ਰਧਾ ਹੋਣੀ ਹੈ। ਇਹ ਜਦੋਂ ਆਪਣੇ ਸੀਸ ਤੇ ਚੌਰ ਕਰਵਾ ਰਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਹਦੇ ਕੋਲ ਸੀਗੇ, ਤੇ ਧੀਰਮਲ ਨੇ ਆ ਕੇ ਮੱਥਾ ਟੇਕਿਆ, ਮੋਹਰਾਂ ਭੇਟ ਕੀਤੀਆਂ। 2 ਮੋਹਰਾਂ ਦਿੱਤੀਆਂ ਧੀਰਮਲ ਨੂੰ ਤੇ 5 ਮੋਹਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਭੇਟ ਕੀਤੀਆਂ ਤੇ ਇੱਛਾ ਕੀਤੀ। ਧੀਰਮਲ ਕਹੇ ਵੀ ਮੱਖਣ ਸ਼ਾਹ ਤੂੰ ਬਹੁਤ ਚੰਗਾ ਸਿੱਖ ਵਾ, ਬੜੀ ਤੇਰੇ ਤੇ ਮਹਾਰਾਜ ਦੀ ਮਿਹਰ ਵਾ। ਉਹ ਹੁਣ ਮੱਖਣ ਸ਼ਾਹ ਮਨ ਦਾ ਫੁਰਨਾ ਕਰੇ ਤੇ ਧੀਰਮਲ ਉਹਦੀ ਖੁਸ਼ਾਮਦ ਕਰੀ ਜਾਏ। ਜਿਹੜਾ ਗੁਰੂ ਸਿੱਖ ਦੀ ਖੁਸ਼ਾਮਦ ਕਰੇ ਉਹ ਫਿਰ ਪੂਰਾ ਕਿਵੇਂ ਹੋ ਸਕਦਾ। ਪੂਰੇ ਗੁਰੂ ਜੀ ਦੇ ਸਿੱਖ ਦੇ ਔਗਣ ਕੱਢ ਕੇ ਬਾਹਰ ਰੱਖ ਦਿੰਦੇ ਆ, ਗੁਣ ਬਖਸ਼ਦੇ ਆ ਮਹਾਰਾਜ। ਤੇ ਧੀਰਮਲ ਕਹਿ ਰਿਹਾ ਵੀ ਤੂੰ ਤੇ ਬੜਾ ਚੰਗਾ ਵਾ ਮੱਖਣ ਸ਼ਾਹ, ਤੇਰੇ ਤੇ ਬੜੀ ਕਿਰਪਾ ਵਾ। ਤੇ ਧੀਰਮਲ ਦੇ ਕੋਲ ਬੈਠਿਆ ਸੰਕਲਪ ਕਰ ਕਰਕੇ ਕੁਝ ਚਿਰ ਬਹਿ ਕੇ ਮੱਖਣ ਸ਼ਾਹ ਉੱਠ ਗਿਆ, ਸਾਰਿਆਂ ਕੋਲ ਗਿਆ, ਕਿਸੇ ਨੇ ਮਨ ਦਾ ਪਤਾ ਨਹੀਂ ਦੱਸਿਆ। ਫਿਰ ਨਿਰਾਸ਼ ਹੋ ਗਿਆ। ਮੱਖਣ ਸ਼ਾਹ ਦੇ ਮਨ 'ਚ ਆਇਆ ਗੁਰੂ ਸਾਹਿਬ ਇੱਥੇ ਹੋਣੇ ਨਹੀਂ। ਫਿਰ ਮਨ ਨੇ ਅੰਦਰੋਂ ਆਵਾਜ਼ ਦਿੱਤੀ ਕਿ ਧਰਤੀ, ਚੰਦਰਮਾ, ਸੂਰਜ ਨਾਸ਼ ਹੋ ਸਕਦਾ ਵਾ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਨਹੀਂ ਨਾਸ਼ ਹੋ ਸਕਦਾ। ਐਨ ਤਾਂ ਗੁਰੂ ਸਾਹਿਬ ਬਾਬਾ ਬਕਾਲਾ ਸਾਹਿਬ ਜੀ, ਮੱਖਣ ਸ਼ਾਹ ਤੇਰੇ ਭਾਗ ਮਾੜੇ, ਤੈਨੂੰ ਦਰਸ਼ਨ ਨਹੀਂ ਹੋ ਰਹੇ। ਸ਼ਾਮ ਦੇ ਵਕਤ ਫਿਰ ਮਸੰਦ ਇਕੱਠੇ ਹੋ ਗਏ, ਸਾਰਿਆਂ ਦੇ ਆ ਗਏ। ਮੱਖਣ ਸ਼ਾਹ ਨੇ ਫਿਰ ਥੋੜਾ ਜਿਹਾ ਉਹਨਾਂ ਨੂੰ ਪੁੱਛਿਆ ਕਿ ਭਈ ਹੋਰ ਕੋਈ ਸੋਢੀ ਆਇਆ ਜਿੰਦੇ ਮੈਂ ਭੇਟ ਨਾ ਕੀਤੀ ਹੋਏ ਤੇ ਦਰਸ਼ਨ ਨਾ ਕੀਤੇ ਹੋਣ, ਜੇ ਹੈ ਤਾਂ ਦੱਸੋ। ਇੱਕ ਮਸੰਦ ਨੇ ਫਿਰ ਦੱਸਿਆ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਲੈ ਕੇ, ਪਰ ਕਹਿੰਦੇ ਉੱਥੇ ਜਾਣ ਦਾ ਤੈਨੂੰ ਕੋਈ ਲਾਭ ਨਹੀਂ, ਉਹ ਮਿਲਦੇ ਹੀ ਨਹੀਂ ਕਿਸੇ ਨੂੰ, ਤੂੰ ਉੱਥੇ ਜਾ ਕੇ ਕੀ ਕਰੇਗਾ, ਜੇ ਮਿਲ ਵੀ ਪਏ ਤੇ ਬੋਲਦੇ ਹੀ ਨਹੀਂ ਉਹ। ਮੱਖਣ ਸ਼ਾਹ ਨੂੰ ਸੁਣ ਕੇ ਮਨ 'ਚ ਆਸ ਆਈ ਵੀ ਹੋਵੇ ਨਾ ਹੋਵੇ ਤੇ ਗੁਰੂ ਸਾਹਿਬ ਇਹੋ ਨਾ ਹੋਣ। ਮੱਖਣ ਸ਼ਾਹ ਨੂੰ ਸ਼ਾਮ ਪੈ ਗਈ ਸੀ, ਫਿਰ ਉਹਨੇ ਕਿਹਾ ਵੀ ਕੱਲ ਨੂੰ ਮੈਂ ਉੱਥੇ ਜ਼ਰੂਰ ਜਾਣਾ। ਮੱਖਣ ਸ਼ਾਹ ਫਿਰ ਜਦੋਂ ਤਿਆਰੀ ਕਰ ਲਈ ਤੇ ਤਿਆਰੀ ਕਰਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੁਝ ਭੇਟਾ ਚੜਾਉਣ ਨੂੰ ਤੇ ਲੈ ਕਰਕੇ ਸਿਪਾਹੀਆਂ ਨੂੰ ਨਾਲ, ਇੱਕ ਢੋਲ ਵਾਲਾ ਨਾਲ ਲੈ ਲਿਆ, ਬੜੀ ਉੱਚੀ ਢੋਲ ਵੱਜਣ। ਪਹਿਲਾਂ ਇੱਕ ਘਟਨਾ ਵਾਪਰ ਚੁੱਕੀ ਸੀ ਉੱਥੇ, ਜਦੋਂ 22 ਜਿਹੜੇ ਬਣੇ ਸੀ ਬਾਹਰ ਮੰਜੀਆਂ ਡਾਹ ਕੇ, ਉਹਨਾਂ ਦੇ ਸਾਰੇ ਮਸੰਦ ਚੇਲੇ ਉਹ ਆਪੋ ਆਪਣੇ ਗੁਰੂ ਦੀ ਸਿਫਤ ਦੱਸਦੇ ਸੀ। ਤੇ ਮਾਤਾ ਨਾਨਕੀ ਜੀ ਦੇ ਮਨ 'ਚ ਨਾ ਚਿੰਤਾ ਆਉਣੀ ਵੀ ਇਹਨਾਂ ਨੂੰ ਗੁਰਿਆਈ ਮਿਲੀ ਆ, ਕਿਉਂਕਿ ਗੁਰਿਆਈ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਹੜੀ ਸੀ ਉਹ ਉੱਦਾਂ ਵੀ ਬਾਬਾ ਕਾਲਾ ਸਾਹਿਬ ਭੇਜ ਦਿੱਤੀ ਸੀ। ਭਾਈ ਗੁਰਦਿੱਤਾ ਜੀ
गुरु अमरदास साहब दी अंश बंश चों होए आ ते गुरबख्श मसंद दिल्ली वाला ये गुरियाई लैके बाबा काला साहब आए सी ते महाराज गुरु तेग बहादुर साहब दे अगे इन्हां ने 5 पैसे ते नारियल भेंट कर दिता सी ते गुरु साहब जी ने आख्या ही भाई तुसीं अपना कारज कर लिया ते तुसीं सानू प्रगट नहीं करना, जाओ साडी इच्छा जिद्दां उस तरह वरतो। ये फिर नमस्कार करके सिख चले गए सीगे। गुरु साहब दी अपनी मौज ही महाराज गुप्त रहिंदे सी ते माता नानकी जी नूं इच्छा आई एक दिन कि इन्हां ने आप थोड़ा प्रगट होना, सानू करना चाहिदी कोई जिहड़ी आ ओह यतन करना चाहिदा। ते एक सिख उस समय कहंदा भी असीं मैं भी बाहर जाके फिर दसदा वां। ते उस सिख ने बाहर जाके गुरु तेग बहादुर साहब जी बारे दस्सिया ते सतगुरु जी नूं पता लग गया कि सिख साडे बारे बाहर जाके दसदे आ। ते जदों सिख आया महाराज दे कोल घर वापस, फिर सतगुरां जी ने कहा कि जिहड़ा सानू प्रगट करूगा ਉਹਦਾ मूँह दरगाह च काला कर दांगे। सिख डर गए, फिर कोई नहीं बाहर दसदा गुरु तेग बहादुर साहब बारे। जदों फिर मक्खण शाह आया तो महाराज दे कन्नां च आवाज़ पई। सतगुरु जी ने पुछया, सिखां कहा, सिख अंदरों खुश सीगे मक्खण शाह आ रहा दर्शन करन। ते महाराज ने पुछया कौन है, सिखां दस्सिया महाराज मक्खण शाह सिख वा कोई दरिड्यों आया ते शायद दर्शन करन आउंदा। महाराज कहंदे उहनूं रोक दो ते उहनूं कहो दर्शन करने आ तां ढोल बंद कर दे ते कल्ला अंदर आ सकदा, होर नहीं कोई आ सकदा। ते उह सिखां ने जाके फिर ढोल बंद कराता ते मक्खण शाह नूं दस दिता गुरु साहब दा हुकम। मक्खण शाह फिर अंदर प्रवेश किया। माता नानकी जी तो आग्या लैके मक्खण शाह भोरे च प्रवेश होया। सतगुरु जी अपने ध्यान च मगन बैठे आ। महाराज दा जदों दर्शन डिठा मक्खण शाह ने ते दर्शन करदे ही मन दे विच बहुत आनंद ते सुख मिलिया। सतगुरु जी दे जिन्हां दी बाणी इन्नी शांत कर देण वाली है ते सतगुरु गुरु तेग बहादुर सच्चे पातशाह महाराज जिहड़े अपने मुख तो कहंदे आ, माई मैं धन पायो हर नाम, मन मेरो धावन ते छूटियो कर बैठो विश्राम। सच्चे पातशाह महाराज ऐसे धन गुरु तेग बहादुर साहब जी दे दर्शन कीते ते मक्खण शाह निहाल हो गया, गद हो गया। रिदा मन ने आवाज़ दिती भी पूरे गुरु जी मिल गए, पर मन दे अंदर शंका सीगा जिहड़ा फुरने दा। मोहरां ਜਿਹੜੀਆਂ ਸੀ ਨਾ ਉਹ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਕਵੀਸ਼ਰ ਜਾਂ ਢਾਡੀ ਵੀਰ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਮਹਾਰਾਜ ਸਾਹਿਬ ਜੀ ਨੇ ਉਹਨੂੰ ਕਿਹਾ ਵੀ 5 ਮੋਹਰਾਂ ਭੇਟ ਕਰਦਾ 500 ਸੁੱਖ ਕੇ। ਸਤਿਗੁਰੂ ਜੀ ਨੂੰ ਕੋਈ ਮਾਇਆ ਦਾ ਲਾਲਚ ਨਹੀਂ ਸੀਗਾ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਵੀ ਜ਼ਿਕਰ ਵਾ ਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਕਥਾ 'ਚ ਜ਼ਿਕਰ ਕੀਤਾ ਵਾ। महाराज ने माया नहीं सी मंगी मक्खण शाह तो। मक्खण शाह अपनी भेटा रख के नमस्कार करके बैठ गया। मन ओहदा अंदरों सुकून च चले गया। मन कहंदा गुरु साहब इहो ही ने, पर जिहड़ी शंके दी गंढ बज्झी पई आ फुरना करदा है जे पूरे गुरु ने ते ओह मेरा जहाज वाली जिहड़ी घटना ना ओहदा मैनूं एक वारी पता दस देण। ते पर महाराज तां ध्यान स्थित बैठे ही रहे। कई चिर बह के मक्खण शाह मन फिर निराश हो गया। फिर आख्या भी जे गुरु साहब है बाबा काले साहब चा मैनू नहीं दर्शन हुंदे ते फिर ऐ कर मना ये शरीर नहीं रखना चाहिए। फिर जे गुरु साहब के दर्शन नहीं हुंदे ते ऐ करिए भी मैं ना अग ला के सड़ के मर जाना वा। हुण आत्म हत्या सिख वास्ते बड़ा वड्डा गुनाह है ते महाराज की मनाही है ना सतगुरां जी दी। मक्खण शाह फुरना करके उठ के तुर चलिया। जदों महाराज ने फिर मन च विचारिया, क्योंकि महाराज तो हृदय दी जानन वाले आ, दसन दी लोड़ थोड़ा गुरु साहब उदों बिन बोलिया सब कुछ जानदा। महाराज ने वेखिया भी ओह जहाज दे विच जदों बत्ती फसिया सी ते
ਮੌਤ ਦੇ ਮੂੰਹ 'ਚ ਜਾਂਦੇ ਨੂੰ ਵਾਹਿਗੁਰੂ ਚੱਲਦੀ ਪਈ ਕਥਾ ਕਿ ਜਾਂ ਕੱਟੀ ਗਈ ਹੈ? ਵਾਹਿਗੁਰੂ यानी जी चलती है जी, विच थोड़ी जी ब्रेक हो गई थी, चल रही जी। ਅੱਛਾ ਅੱਛਾ ਅੱਛਾ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਵਿਚਾਰਿਆ ਕਿ ਜੇ ਉਦੋਂ ਵੀ ਮੌਤ ਦੇ ਮੂੰਹ 'ਚ ਜਾਂਦੇ ਨੇ ਅਰਦਾਸ ਕੀਤੀ ਸੀ ਤੇ ਹੁਣ ਵੀ ਇਹ ਮਰਨ ਦੀ ਬਾਬਤ, ਆਪਣੇ ਸਰੀਰ ਦੀ ਸਮਾਪਤੀ ਬਾਬਤ ਸੋਚੀ ਬੈਠਾ ਹੈ ਤਾਂ ਸਿੱਖ ਵਾਸਤੇ ਪਾਪ ਹੈ ਤੇ ਹੁਣ ਤਾਂ ਇਹਨੂੰ ਦੱਸਣਾ ਬਣਦਾ। ਫਿਰ ਉਹਦੇ 'ਚ ਮਹਾਰਾਜ ਨੇ ਆਪਣੀ ਸ਼ੌਹਰਤ ਵਾਸਤੇ ਨਹੀਂ ਦੱਸਿਆ, ਆਪਣੇ ਆਪ ਨੂੰ ਪ੍ਰਗਟ ਕਰਨ ਲਈ ਨਹੀਂ ਮਹਾਰਾਜ ਦੱਸਿਆ, ਸਿੱਖ ਨੂੰ ਪਾਪ ਤੋਂ ਬਚਾਉਣ ਲਈ ਮਹਾਰਾਜ ਨੇ ਫਿਰ ਜਦੋਂ ਮੱਖਣ ਸ਼ਾਹ ਸਰਦਲ ਨੂੰ ਲੰਘਣ ਲੱਗਾ ਤੇ ਮਹਾਰਾਜ ਨੇ ਆਵਾਜ਼ ਦਿੱਤੀ, ਮੱਖਣ ਸ਼ਾਹ ਕੀ ਮਨ 'ਚ ਫੁਰਨੇ ਕਰ ਰਿਹਾ? ਸਤਿਗੁਰਾਂ ਜੀ ਨੇ ਸੱਜੇ ਮੋਢੇ ਤੋਂ ਚਾਦਰਾ ਲਾ ਕੇ ਫਿਰ ਆਖਿਆ ਸੀ, ਵੇਖ ਸਾਡੇ ਮੋਢੇ ਤੇ ਜ਼ਖਮ ਨਹੀਂ ਰਾਜੀ ਹੋਇਆ ਜਿਹੜਾ ਤੇਰਾ ਬਰੇਤੀ 'ਚ ਫਸਿਆ ਜਹਾਜ਼ ਤੋਰਿਆ ਸੀ। ਤੇ ਜਦੋਂ ਮੱਖਣ ਸ਼ਾਹ ਨੂੰ ਪਤਾ ਲੱਗਾ ਅੰਦਰ ਦੀ ਗੱਲ ਦਾ ਫੁਰਨਾ ਸਾਰਾ ਮਹਾਰਾਜ ਨੇ ਬਾਹਰ ਕੱਢ ਚਰਨਾਂ ਤੇ ਦੌੜ ਕੇ ਲਿਪਟ ਗਿਆ। ਮੱਖਣ ਸ਼ਾਹ ਇੰਨਾ ਨਿਮਗਨ ਹੋ ਗਿਆ, ਕਈ ਚਿਰ ਮੱਖਣ ਸ਼ਾਹ ਨੇ ਸਿਰ ਹੀ ਨਹੀਂ ਚੱਕਿਆ। ਉਹਦੇ ਪ੍ਰੇਮ ਨੂੰ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਉਹਨੂੰ ਹਟਾਇਆ ਨਹੀਂ। ਕਈ ਚਿਰ ਬਾਅਦ ਜਦੋਂ ਮੱਖਣ ਸ਼ਾਹ ਨੇ ਸਤਿਗੁਰਾਂ ਜੀ ਦੇ ਚਰਨਾਂ ਤੋਂ ਸੀਸ ਉਠਾਇਆ, ਮਹਾਰਾਜ ਨੇ ਪਿਆਰ ਨਾਲ ਸੀਸ ਪਲੋਸਿਆ। ਫਿਰ ਮੱਖਣ ਸ਼ਾਹ ਨੇ ਬਹੁਤ ਸਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਹਰ ਸੰਗਤਾਂ ਤੇ ਭਟਕਦੀਆਂ ਫਿਰਦੀਆਂ, ਮਹਾਰਾਜ ਆਪ ਕਿਰਪਾ ਕਰਕੇ ਪ੍ਰਗਟ ਹੋਵੋ। ਫਿਰ ਮਹਾਰਾਜ ਨੇ ਆਖਿਆ, ਮੱਖਣ ਸ਼ਾਹ ਤੂੰ ਦਰਸ਼ਨ ਕਰ ਲਿਆ, ਆਪਦੀ ਭੇਟਾ ਅਰਪਣ ਕਰ ਲਈ ਆ, ਤੈਨੂੰ ਕਿਸੇ ਨਾਲ ਕੀ ਮਤਲਬ ਆ? ਤੂੰ ਆਪਦੀ ਜਿਹੜੀ ਆ ਉਹ ਮਨ ਦੀ ਸ਼ਰਧਾ ਪੂਰੀ ਕਰ ਲੈ। ਪਰ ਮੱਖਣ ਸ਼ਾਹ ਨੇ ਫਿਰ ਆਖਿਆ, ਬੇਨਤੀ ਕੀਤੀ, ਮਹਾਰਾਜ ਇਹ ਤਾਂ ਕਦੇ ਹੋ ਨਹੀਂ ਸਕਦਾ ਕਿ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਦੇ ਮਾਲਕ ਤੁਸੀਂ ਕਦੇ ਗੁਪਤ ਰਹਿ ਜਾਓ, ਤੇ ਮਹਾਰਾਜ ਪ੍ਰਗਟ ਤਾਂ ਆਪ ਜੀ ਨੇ ਹੋਣਾ ਹੀ ਆ, ਤੇ ਮੈਨੂੰ ਗਰੀਬ ਸਿੱਖ ਨੂੰ ਮਾਣ ਮਿਲ ਜਾਏਗਾ। ਫਿਰ ਸਿੱਖਾਂ ਨੇ ਦੱਸਿਆ ਵੀ ਮੱਖਣ ਸ਼ਾਹ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹ 'ਚ ਮੂੰਹ ਕਾਲਾ ਕਰ ਦਾਂਗੇ। 500 ਸਿਪਾਹੀ ਉਹਦੇ ਥੱਲੇ ਰਹਿੰਦੇ ਸੀ, ਇੰਨਾ ਅਮੀਰ ਸੀ ਮੱਖਣ ਸ਼ਾਹ। ਤੇ ਰਤਾ ਜਿੰਨੀ ਵੀ ਉਹਨੇ ਸੋਚੀ ਨਹੀਂ, ਮਹਾਰਾਜ ਦੇ ਘਰ ਚੋਂ ਜਿੱਥੇ ਲੰਗਰ ਬਣਦਾ ਸੀ ਤਵੇ ਦੀ ਕਾਲ ਖਿਲਾ ਕੇ ਆਪਣੇ ਸਾਰੇ ਮੂੰਹ ਤੇ ਮਲ ਲਈ, ਮੂੰਹ ਕਾਲਾ ਕਰ ਲਿਆ ਆਪਣਾ, ਤੇ ਆਪਣਾ ਕਾਲਾ ਮੂੰਹ ਕਰਕੇ ਤੇ ਮਹਾਰਾਜ ਦੇ ਸਾਹਮਣੇ ਆ ਗਿਆ ਮੱਖਣ ਸ਼ਾਹ। ਕਿਹਾ, ਮਹਾਰਾਜ ਆਪ ਜੀ ਨੇ ਦਰਗਾਹ 'ਚ ਮੂੰਹ ਕਾਲਾ ਕਰਨਾ, ਮੈਂ ਇੱਥੇ ਹੀ ਕਰ ਲਿਆ, ਆਪ ਜੀ ਪ੍ਰਗਟ ਹੋ ਜਾਓ। ਮੱਖਣ ਸ਼ਾਹ ਦੀ ਨਿਮਰਤਾ ਵੇਖ ਕੇ ਮਹਾਰਾਜ ਬੋਲੇ ਨਹੀਂ ਫਿਰ, ਤੇ ਸਤਿਗੁਰੂ ਜੀ ਦੀ ਚੁੱਪ ਨੂੰ ਮੱਖਣ ਸ਼ਾਹ ਨੇ ਸਮਝਿਆ ਹਾਂ 'ਚ। ਫਿਰ ਉਸ ਕੋਠੇ ਤੇ ਚੜ੍ਹ ਕੇ ਮੱਖਣ ਸ਼ਾਹ ਨੇ, ਜਿਹੜਾ ਮਹਾਰਾਜ ਦੇ ਭੂਰਾ ਸਾਹਿਬ ਦਾ ਕੋਠਾ ਸੀਗਾ, ਗਲ ਦਾ ਪੱਲੂ ਲਾ ਕੇ ਫਿਰ ਘੁਮਾ ਕੇ ਫੇਰ ਕੇ ਫਿਰ ਆਖਿਆ ਸੀ, ਸਾਚਾ ਗੁਰ ਲਾਧੋ ਰੇ, ਸਾਚਾ ਗੁਰ ਲਾਧੋ ਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਫਿਰ ਸੰਗਤਾਂ ਦਾ ਇਕੱਠ ਹੋਣਾ, ਜਿੱਥੇ ਮੰਜੀ ਸਾਹਿਬ, ਜਿੱਥੇ ਸ਼ਸਤਰ ਸਜਾਏ ਹੋਏ ਆ ਭੂਰਾ ਸਾਹਿਬ ਦੇ ਸਾਹਮਣੇ, ਇਮਾਰਤ ਇੱਥੇ ਪੂਰੇ ਜਿੱਦਾਂ ਨਹੀਂ ਸੀ ਠੀਕ ਢੰਗ ਨਾਲ ਬਣਦੀ, ਇਸ ਕਰਕੇ ਇਮਾਰਤ ਥੋੜ੍ਹੀ ਅੱਗੇ ਕਰਕੇ ਬਣਾਈ ਆ। ਇਹ ਮੰਜੀ ਸਾਹਿਬ ਇੱਥੇ ਮਹਾਰਾਜ ਸਾਹਿਬ ਜੀ ਸਜੇ ਸੀ ਜਦੋਂ ਸਤਿਗੁਰਾਂ ਜੀ ਨੇ ਪਹਿਲੀ ਵਾਰ ਤਖਤ ਲਾ ਕੇ ਮਹਾਰਾਜ ਦਰਸ਼ਨ ਦਿੱਤੇ ਸੀ। ਮੱਖਣ ਸ਼ਾਹ ਦੀ ਲਿਆਂਦੀ ਬਰੀਕ ਪੁਸ਼ਾਕ ਮਹਾਰਾਜ ਨੇ ਧਾਰਨ ਕੀਤੀ ਸੀ, ਸੋਹਣੀ ਦਸਤਾਰ ਮੱਖਣ ਸ਼ਾਹ ਨੇ ਸਤਿਗੁਰਾਂ ਜੀ ਨੂੰ ਭੇਟ ਕੀਤੀ। ਸਾਰੀਆਂ ਸੰਗਤਾਂ ਨੇ ਆਪੋ ਆਪਣੇ ਸਰੋਪਾਓ ਸਤਿਗੁਰਾਂ ਜੀ ਨੂੰ ਭੇਟ ਕੀਤੇ, ਗਰੀਬ ਨਵਾਜ ਜੀ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਫਿਰ ਤਖਤ ਤੇ ਸੱਜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨ ਦਿੱਤੇ। ਸੰਗਤਾਂ ਦੇ ਬੇਨਤੀ ਕਰਨ ਤੋਂ ਮਹਾਰਾਜ ਜੀ ਨੇ ਫਿਰ ਇੱਥੇ ਉਪਦੇਸ਼ ਵੀ ਦਿੱਤਾ। ਗੌੜੀ ਰਾਗ ਜਿੱਥੇ ਆਰੰਭ ਹੁੰਦਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਗੌੜੀ ਰਾਗ ਦੇ ਸਾਰੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਬਾਬਾ ਕਾਲਾ ਸਾਹਿਬ ਸਤਿਗੁਰਾਂ ਜੀ ਨੇ ਤਖਤ ਤੇ ਬੈਠ ਕੇ ਮਹਾਰਾਜ ਸੰਗਤਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਜੀ ਨੇ ਉਚਾਰਨ ਕੀਤੇ ਸੀ। ਇਹ ਜਿਹੜਾ ਸ਼ਬਦ ਆਪਾਂ ਸਰਵਣ ਕੀਤਾ ਹੈ, ਇਹ ਸਤਿਗੁਰਾਂ ਜੀ ਨੇ ਤਰਬੇਣੀ ਦੇ ਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਤੇ ਆਪਣੇ ਕੋਲ 10 ਮਿੰਟ ਹੈਗੇ ਆ, ਆਪਾਂ ਅੱਖਰੀ ਅਰਥੀ ਅੱਜ ਸਰਵਣ ਕਰਾਂਗੇ, ਕੱਲ ਫਿਰ ਇਹੋ ਸ਼ਬਦ ਸਰਵਣ ਕਰਾਂਗੇ।
ਤੇ ਅੱਜ ਸਿਰਫ ਅੱਖਰੀ ਅਰਥ ਕਿਉਂਕਿ ਸ਼ਬਦ ਪੜ੍ਹਿਆ ਹੈ ਤੇ ਸ਼ਬਦ ਦੇ ਅਰਥ ਵੀ ਜਿਹੜੇ ਆ ਉਹ ਨਾਲ ਹੋਣੇ ਚਾਹੀਦੇ ਆ ਜਦੋਂ ਸ਼ਬਦ ਪੜ੍ਹੀਏ। ਤੇ ਅੱਖਰੀ ਅਰਥ ਅੱਜ ਆਪਾਂ ਸਰਵਣ ਕਰਦੇ ਹਾਂ। ਸਤਿਗੁਰੂ ਜੀ ਜਦੋਂ ਤਰਬੇਣੀ ਪਹੁੰਚਿਆ ਨਾ, ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਮੁਰਪਿਤ ਪੂਰਬ ਕੀ ਅਸ ਪਜਾਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। ਇਹ 3 ਨਦੀਆਂ ਦਾ ਸੰਗਮ ਹੁੰਦਾ ਹੈ। ਪਰਾਏ ਰਾਗ ਤੀਰਥ ਹੈ, ਉਹਨੂੰ ਇਲਾਹਾਬਾਦ ਕਹਿੰਦੇ ਆ। ਇਹ ਜਿਹੜਾ ਸੀ ਨਾਮ ਮੁਸਲਮਾਨ ਰਾਜ ਵੇਲੇ ਇਹਦਾ ਚੇਂਜ ਕਰ ਦਿੱਤਾ ਗਿਆ ਸੀ। ਮੁਸਲਮਾਨਾਂ ਦੇ ਰਾਜ ਵੇਲੇ ਅਯੁੱਧਿਆ ਦਾ ਨਾਮ ਫੈਜ਼ਾਬਾਦ ਰੱਖ ਦਿੱਤਾ ਸੀ। ਇਵੇਂ ਇਹ ਜਿਹੜੇ ਤੀਰਥ ਸੀ ਨਾ ਹਿੰਦੂਆਂ ਦੇ, ਇਹਨਾਂ ਸਾਰਿਆਂ ਦੇ ਨਾਮ ਮੁਸਲਮਾਨਾਂ ਨੇ ਬਦਲ ਦਿੱਤੇ ਸੀਗੇ। ਤੇ ਇਹ ਵੀ ਇਲਾਹਾਬਾਦ ਇਹਦਾ ਨਾਂ ਜਿਹੜਾ ਹੈ ਪਰਾਏ ਰਾਗ ਦਾ। ਤੇ ਇੱਥੇ ਗੰਗਾ, ਜਮਨਾ ਤੇ ਸਰਸਵਤੀ 3 ਨਦੀਆਂ ਇਕੱਠੀਆਂ ਹੁੰਦੀਆਂ, ਤਾਂ ਇਹਨੂੰ ਤਰਬੇਣੀ ਕਹਿੰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਸਾਹਿਬ ਉੱਥੇ ਬਣਿਆ। 2.5 ਮਹੀਨੇ ਸੱਚੇ ਪਾਤਸ਼ਾਹ ਜੀ ਇੱਥੇ ਰਹੇ। ਗੁਰੂ ਸਾਹਿਬ ਦਾ ਆਗਮਨ, ਧੰਨ ਗੁਰੂ 10ਵੇਂ ਪਾਤਸ਼ਾਹ ਦਾ ਮਾਤਾ ਜੀ ਦੇ ਉਦਰ 'ਚ ਇੱਥੇ ਹੋਣਾ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਜਾਪ ਪਹਿਲੀ ਵਾਰੀ ਤਰਬੇਣੀ ਦੇ ਸਥਾਨ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਾਉਣਾ। ਮਹਾਰਾਜ ਨੇ ਇੱਥੇ ਪਹਿਲੀ ਵਾਰੀ ਅਖੰਡ ਜਾਪ ਕਰਵਾਇਆ ਸਤਿਗੁਰਾਂ ਜੀ ਨੇ। ਤੇ ਸਤਿਗੁਰੂ ਜੀ ਦੇ ਨਾਲ ਸਾਧੂਆਂ ਦੀ ਮੰਡਲੀ, ਬਹੁਤ ਮੁਸਲਮਾਨ ਫਕੀਰ ਵੀ ਰਿਹਾ ਕਰਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਕੇ ਮਹਾਤਮਾ ਨੇ, ਸਾਧੂਆਂ ਨੇ ਪੁੱਛਿਆ, ਮਹਾਰਾਜ ਕਿਰਪਾ ਕਰਕੇ ਜੀਵਨ ਮੁਕਤ ਦੇ ਲੱਖਣ ਆਪ ਦੱਸੋ, ਮਿਹਰ ਕਰੋ। ਤੇ ਸਤਿਗੁਰਾਂ ਜੀ ਨੇ ਫਿਰ ਇਹ ਸ਼ਬਦ ਮਹਾਰਾਜ ਨੇ ਸੋਰਠ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ। ਸੋਰਠ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸੋਰਠ ਰਾਗ ਵਿੱਚ ਗਰੀਬ ਨਵਾਜ ਬਖਸ਼ਿਸ਼ ਕਰਦੇ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਦੁੱਖ ਦੀ ਪਰਿਭਾਸ਼ਾ ਕੀ ਹੁੰਦੀ ਹੈ ਆਪਾਂ ਕੱਲ ਨੂੰ ਫਿਰ ਖੋਲਾਂਗੇ। ਸਤਿਗੁਰੂ ਜੀ ਕਹਿੰਦੇ ਜਿਹੜਾ ਭਾਈ ਨਰ ਮਨੁੱਖ ਦੁੱਖ ਵਿੱਚ ਦੁੱਖ ਨਹੀਂ ਮੰਨਦਾ, ਜਦੋਂ ਦੁੱਖ ਆਉਂਦਾ ਹੈ ਸਰੀਰ ਕਰਕੇ ਦੁੱਖ ਆ ਜਾਂਦਾ, ਪਰ ਉਹਨਾਂ ਨੂੰ ਮਨ ਕਰਕੇ ਦੁੱਖ ਜਿਹੜਾ ਨਾ ਉਹ ਪਹੁੰਚ ਨਹੀਂ ਸਕਦਾ ਉਹਨਾਂ ਤੱਕ। ਮਨ ਕਰਕੇ ਉਹਨਾਂ ਨੂੰ ਦੁੱਖ ਲੱਗਦਾ ਨਹੀਂ, ਸਰੀਰ ਕਰਕੇ ਬਾਹਰੋਂ ਪ੍ਰਤੀਤ ਹੁੰਦਾ ਕਿ ਇਹਨਾਂ ਨੂੰ ਦੁੱਖ ਲੱਗਾ ਹੈ, ਪਰ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਮਨ ਜਿਹੜਾ ਨਾ ਉਹ ਦੁੱਖ ਵਿੱਚ ਦੁਖੀ ਨਹੀਂ ਹੁੰਦਾ। ਜਿਹੜਾ ਇਹੋ ਜਿਹਾ ਮਨੁੱਖ ਜੀਵਨ ਮੁਕਤ ਦਾ ਲੱਛਣ ਹੈ, ਦੁੱਖ ਵਿੱਚ ਦੁਖੀ ਨਹੀਂ ਹੁੰਦਾ, ਨਹੀਂ ਮੰਨਦਾ ਦੁੱਖ ਨੂੰ। ਫਿਰ ਸਤਿਗੁਰੂ ਜੀ ਨੇ ਕਿਹਾ ਸੁੱਖ ਸਨੇਹ ਔਰ ਭੈ ਨਹੀਂ ਜਾਕੈ। ਸੁੱਖ ਦੀ ਚੇਸ਼ਟਾ ਨਹੀਂ, ਜਿਹਦੇ ਅੰਦਰ ਜੀਵਨ ਦਾ ਮੋਹ ਹੋਵੇ ਨਾ, ਤੇ ਫਿਰ ਸੁੱਖ ਭੋਗਣ ਦੀ ਚੇਸ਼ਟਾ ਫੁਰਦੀ ਰਹਿੰਦੀ, ਮੈਨੂੰ ਆਹ ਮਿਲੇ, ਆਹ ਪ੍ਰਾਪਤ ਹੋਵੇ, ਪਦਾਰਥ ਮਿਲਣ। ਜਿੰਨਾ ਚਿਰ ਮਨ ਪਦਾਰਥਾਂ 'ਚ ਖੁੱਭਿਆ ਹੈ ਉਨਾ ਚਿਰ ਜੀਵਨ ਮੁਕਤ ਦੀ ਅਸੀਂ ਜਿਹੜੀ ਅਵਸਥਾ ਉਹਨੂੰ ਥੋੜ੍ਹਾ ਬਹੁਤਰ ਵੀ ਸਪਰਸ਼ ਤੱਕ ਨਹੀਂ ਕਰ ਸਕਦੇ। ਤੇ ਜਦੋਂ ਪਦਾਰਥਾਂ ਦੇ ਪਕੜ ਤੋਂ ਲੰਘਦੇ ਅੱਗੇ, ਫਿਰ ਉਹਦਾ ਥੋੜ੍ਹਾ ਸਪਰਸ਼ ਪ੍ਰਾਪਤ ਹੋਣ ਲੱਗ ਜਾਂਦਾ। ਜਿਹੜਾ ਸਨੇਹ ਹੈ, ਕਿਸੇ ਨਾਲ ਪਿਆਰ ਕਰਨਾ, ਸਰੀਰਾਂ ਦਾ ਮੋਹ ਚਿੰਬੜਨਾ, ਮਹਾਰਾਜ ਕਹਿੰਦੇ ਨਾ ਉਹਨਾਂ ਦੇ ਅੰਦਰ ਸੁੱਖ ਦੀ ਚੇਸ਼ਟਾ ਹੈ, ਨਾ ਕਿਸੇ ਪ੍ਰਕਾਰ ਦਾ ਕੋਈ ਰਾਗ ਦਵੈਕ ਸਨੇਹ ਹੈਗਾ, ਔਰ ਭੈ ਨਹੀਂ ਜਾਕੈ, ਅਤੇ ਭੈ ਵੀ ਨਹੀਂ ਹੈ ਉਹਨਾਂ ਦੇ ਮਨ ਦੇ ਅੰਦਰ। ਨਾ ਮਰਨ ਦਾ ਭੈ ਹੈ, ਨਾ ਕਿਸੇ ਨੂੰ ਭੈ ਦਿੰਦੇ ਆ, ਨਾ ਕਿਸੇ ਦਾ ਭੈ ਮੰਨਦੇ ਆ। ਤੇ ਕੰਚਨ ਮਾਟੀ ਮਨ ਹੈ। ਕੰਚਨ ਜਿਹੜਾ ਸੋਨਾ, ਉਹਨੂੰ ਮਿੱਟੀ ਕਰਕੇ ਮੰਨਦੇ ਆ, ਕਿਉਂਕਿ ਉਹਨਾਂ ਵਾਸਤੇ ਸੋਨਾ ਜਿਹੜਾ ਹੈ ਉਹ ਕੋਈ ਅਹਿਮੀਅਤ ਨਹੀਂ ਰੱਖਦਾ। ਸੋਨਾ ਤਾਂ ਜਿਹਦਾ ਸੰਸਾਰ ਵਿੱਚ ਮਨ ਲੱਗਾ ਉਹਦੇ ਲਈ ਸੋਨਾ ਨਾ। ਜਿਹੜਾ ਆਪਣੇ ਵਾਹਿਗੁਰੂ ਨੂੰ ਪਿਆਰ ਨਾਲ ਯਾਦ ਕਰਦਾ ਤੇ ਪਤਾ ਸੰਸਾਰ ਮਿੱਥਿਆ, ਸੰਸਾਰ 'ਚ ਕੁਝ ਨਾਲ ਨਹੀਂ ਰਹਿਣਾ, ਸਭ ਕੁਝ ਚਲੇ ਜਾਣਾ, ਹੁਣ ਸੋਨਾ ਇਕੱਠਾ ਕਰਕੇ ਕਰਨਾ ਕੀ ਆ। ਜਿੰਨਾ ਸਤਿਗੁਰਾਂ ਜੀ ਦੀ ਬਾਣੀ ਇਹ ਗੱਲ ਕਹਿੰਦੀ ਹੋਵੇ, ਸਾਧੋ
ਇਹੋ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ, ਸੱਚ ਤਾਹੇ ਪਛਾਨੋ। ਤਾਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਹੜਾ ਜੀਵਨ ਮੁਕਤ ਪੁਰਖ ਵਾ ਉਹਨੂੰ ਕਿਸੇ ਸੁੱਖ ਦੀ ਚੇਸ਼ਟਾ ਨਹੀਂ, ਕਿਸੇ ਪ੍ਰਕਾਰ ਦਾ ਉਹਨਾਂ ਦੇ ਮਨ ਅੰਦਰ ਕੰਚਨ ਮਾਟੀ ਮਨ ਹੈ, ਕੰਚਨ ਸੋਨੇ ਨੂੰ। ਵਾਹਿਗੁਰੂ ਆਵਾਜ਼ ਆਉਂਦੀ ਹੈ ਨਾ ਜੀ? ਹਾਂਜੀ ਗਿਆਨੀ ਜੀ, ਆ ਰਹੀ ਜੀ। ਤੇ ਥੋੜੇ ਫੋਨ ਵਿੱਚ ਤੰਗ ਕਰਦੇ ਅੱਜ ਮੈਨੂੰ, ਤੇ ਮੈਂ ਉਹ ਮਿਊਟ ਤੇ ਲਾਇਆ ਕਰੂੰਗਾ। ਫਿਰ ਹੁਣ ਮੈਨੂੰ ਸਮਾਪਤੀ ਕਰਨੀ ਆ ਆਪਾਂ 5 ਮਿੰਟ 'ਚ। ਠੀਕ ਹੈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਕੰਚਨ ਸੋਨੇ ਨੂੰ ਉਹ ਮਿੱਟੀ ਕਰਕੇ ਮੰਨਦੇ ਆ, ਮਿੱਟੀ ਨੂੰ ਤੇ ਸੋਨੇ ਨੂੰ ਇੱਕੋ ਜਿਹਾ ਸਮਝਦੇ ਆ। ਜਿੰਨਾ ਚਿਰ ਸਾਡੇ ਮਨ 'ਚ ਸੋਨਾ ਸੋਨਾ ਹੈ, ਮਿੱਟੀ ਮਿੱਟੀ ਹੈ, ਉਹਨਾਂ ਚਿਰ ਆਪਾਂ ਇਸ ਅਵਸਥਾ ਦੀ ਸਮਝ ਨਹੀਂ ਕਰ ਸਕਦੇ। ਜਦੋਂ ਇਹ ਮਨ ਦੇ ਅੰਦਰ ਖਿਆਲ ਤੇ ਮਨ ਦੀ ਪਕੜ ਬਣਦੀ ਹੈ ਕਿ ਬ੍ਰਹਮ ਸਦਾ ਹੈ, ਬਾਕੀ ਸਭ ਕੁਝ ਨਾਸ਼ਵੰਤ ਹੈ, ਫਿਰ ਸੱਚਮੁੱਚ ਹੀ ਸੋਨਾ ਮਿੱਟੀ ਭਾਸਣ ਲੱਗ ਪੈਂਦਾ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਆ। ਫਿਰ ਮਹਾਰਾਜ ਕਹਿੰਦੇ, ਨਹਿ ਨਿੰਦਿਆ ਨਹਿ ਉਸਤਤ ਜਾਕ। ਕੋਈ ਉਹਨਾਂ ਦੀ ਨਿੰਦਾ ਕਰੇ ਉਹ ਘਬਰਾਉਂਦੇ ਨਹੀਂ, ਕਿਉਂਕਿ ਨਿੰਦਾ ਸਰੀਰ ਦੀ ਕਰਨੀ ਹੈ, ਆਤਮਾ ਦੀ ਨਿੰਦਾ ਕੌਣ ਕੀ ਕਰ ਸਕਦਾ ਹੈ? ਤੇ ਸਰੀਰ ਤੇ ਹੁੰਦੇ ਹੀ ਨਹੀਂ, ਇਸ ਕਰਕੇ ਉਹਨਾਂ ਦੀ ਨਿੰਦਿਆ ਕੋਈ ਕਰ ਹੀ ਨਹੀਂ ਸਕਦਾ। ਪਰ ਵਾਹਿਗੁਰੂ ਦਾ ਬਣਾਇਆ ਇੱਕ ਨਿਯਮ ਵਾ, ਜਿਹੜਾ ਕਰਦਾ ਉਹਦਾ ਸਰਬਨਾਸ਼ ਹੋ ਜਾਂਦਾ। ਜਿਵੇਂ ਮਹਾਰਾਜ ਸੁਖਮਨੀ ਸਾਹਿਬ 'ਚ ਕਿਹਾ, ਸੰਤ ਕਾ ਦੂਖਣ ਆਰਜਾ ਘਟੈ, ਸੰਤ ਕਾ ਦੂਖਣ ਜਮ ਤੇ ਨਹੀਂ ਛੁੱਟੈ। ਇਹ ਰੱਬੀ ਕਾਨੂੰਨ ਬਣਿਆ, ਉਹਦੀ ਆਰਜਾ ਵੀ ਘਟ ਜਾਂਦੀ ਆ ਨਿੰਦਾ ਕਰਨ ਵਾਲੇ ਦੀ। ਪਰ ਰੱਬ ਦੇ ਪਿਆਰੇ ਨੂੰ ਨਿੰਦਾ ਸੁਣ ਕੇ ਕੋਈ ਖੋਭ ਨਹੀਂ ਹੁੰਦਾ, ਕੋਈ ਦੁੱਖ ਨਹੀਂ ਹੁੰਦਾ। ਸਾਡੀ ਕੋਈ ਮਾੜੀ ਜਿਹੀ ਨਿੰਦਾ ਕਰੇ, ਘਬਰਾ ਜੀਦਾ ਕਿ ਬੇਇੱਜ਼ਤੀ ਹੋ ਗਈ, ਬੜਾ ਸਤਿਕਾਰ ਬਣਿਆ ਸੀ, ਮੇਰਾ ਤਾਂ ਸਾਰਾ ਸਤਿਕਾਰ ਹੀ ਖਰਾਬ ਹੋ ਗਿਆ। ਕਿੰਨਾ ਮਨ ਚਿੰਤਾ ਕਰਦਾ। ਪਰ ਜੀਵਨ ਮੁਕਤ ਮਾਸਾ ਜਿੰਨੀ ਚਿੰਤਾ ਨਹੀਂ ਕਰਦੇ, ਕਿਉਂਕਿ ਉਹ ਸਰੀਰ ਨੂੰ ਆਪਣਾ ਰੂਪ ਨਹੀਂ ਸਮਝਦੇ। ਤੇ ਫਿਰ ਸਾਧੂ ਦੀ ਕਿੱਡੀ ਉਸਤਤ ਹੁੰਦੀ ਹੈ। ਦੁਨੀਆ ਵਾਲੇ ਲੋਕ ਕਿੰਨਾ ਸਤਿਕਾਰ ਮਾਣ ਕਰਦੇ, ਹਾਰ ਪਾਉਂਦੇ, ਸਰੋਪਾ ਪਾਉਂਦੇ, ਉਹ ਸਰੋਪਿਆਂ 'ਚ ਵੀ ਖੁਸ਼ ਨਹੀਂ ਹੁੰਦੇ। ਉਹਨਾਂ ਦਾ ਉਹਨਾਂ ਨਾਲ ਕੋਈ ਮੋਹ ਨਹੀਂ ਹੁੰਦਾ ਜਿਹੜੇ ਇੰਨਾ ਮਾਣ ਕਰਦੇ ਆ, ਕਿਉਂਕਿ ਸਰੀਰ ਦੀ ਉਸਤਤ ਨੂੰ ਉਹ ਜਿਹੜੇ ਆ ਸਮਝਦੇ ਆ ਕਿ ਇਹ ਅਸੀਂ ਨਾਮ ਜਪਦੇ ਹਾਂ, ਵਾਹਿਗੁਰੂ ਦੇ ਬਣ ਕੇ ਰਹਿੰਦੇ ਹਾਂ, ਇਸ ਕਰਕੇ ਇਹ ਨਾਮ ਦੀ ਵਡਿਆਈ ਹੈ, ਸਾਡੇ ਸਰੀਰ ਦੀ ਵਡਿਆਈ ਨਹੀਂ। ਉਸਤਤ ਵੀ ਉਹਨਾਂ ਨੂੰ ਪਾਉਂਦੀ ਨਹੀਂ, ਨਿੰਦਾ ਵੀ ਉਹਨਾਂ ਨੂੰ ਪਾਉਂਦੀ ਨਹੀਂ। ਲੋਭ ਮੋਹ ਅਭਿਮਾਨਾ, ਨਾ ਪਦਾਰਥਾਂ ਦਾ ਲੋਭ ਸਤਾਉਂਦਾ, ਨਾ ਸਰੀਰਾਂ ਦਾ ਮੋਹ ਸਤਾਉਂਦਾ, ਤੇ ਨਾ ਅੰਦਰ ਜਿਹੜੇ ਗੁਣ ਇੰਨੇ ਆ ਜਾਂਦੇ ਉਹਨਾਂ ਦਾ ਮਾਣ ਵੀ ਨਹੀਂ ਫੁਰਦਾ। ਫਿਰ ਮਹਾਰਾਜ ਕਹਿੰਦੇ, ਹਰਖ ਸੋਗ ਧੈ ਰਹਿ ਨਿਆਰੋ। ਕਿਸੇ ਪ੍ਰਕਾਰ ਪਦਾਰਥਾਂ ਦੇ ਆਉਣ ਕਰਕੇ ਉਹਨਾਂ ਨੂੰ ਹਰਖ ਨਹੀਂ ਹੁੰਦਾ, ਤੇ ਜਾਣ ਕਰਕੇ ਸੋਗ ਨਹੀਂ ਹੁੰਦਾ। ਤੇ ਜਿਹੜਾ ਸੰਸਾਰੀ ਹੈ, ਮਾਇਆ ਆਉਂਦੀ ਹੈ ਤੇ ਹੱਸਣ ਲੱਗ ਪੈਂਦਾ, ਔਰ ਜਾਂਦੀ ਤੇ ਰੋਣ ਲੱਗ ਪੈਂਦਾ ਹੈ। ਪਰ ਜਿਹੜੇ ਜੀਵਨ ਮੁਕਤ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਸਾਰ ਦੇ ਸੁੱਖਾਂ ਦਾ, ਪਦਾਰਥਾਂ ਦਾ ਹਰਖ ਨਹੀਂ, ਸੋਗ ਨਹੀਂ। ਜਾਣ ਕਰਕੇ ਇਹਨਾਂ ਤੋਂ ਨਿਆਰੇ ਰਹਿੰਦੇ, ਅਸੰਗ ਰਹਿੰਦੇ, ਵੱਖਰੇ ਰਹਿੰਦੇ। ਨਾ ਹੀ ਮਾਨ ਅਪਮਾਨਾ, ਨਾ ਹੀ ਉਹਨਾਂ ਨੂੰ ਆਪਣੇ ਅੰਦਰ ਕੋਈ ਮਾਣ ਫੁਰਦਾ, ਨਾ ਇਹ ਫੁਰਦਾ ਕਿ ਸਾਡਾ ਕੋਈ ਮਾਣ ਕਰੇ। ਤੇ ਅਪਮਾਨ ਹੁੰਦਾ ਕਿ ਜਿਹੜੀ ਹੈ ਉਹ ਨਿੰਦਿਆ ਹੀ ਕਰਨੀ, ਤੇ ਦੁਰਬਚਨ ਬੋਲਣੇ, ਅਪਮਾਨ ਕਰ ਦੇਣਾ, ਤਿਰਸਕਾਰ ਕਰ ਦੇਣਾ, ਨਰਾਦਰੀ ਕਰ ਦੇਣੀ। ਤੇ ਉਹ ਆਪਣੀ ਨਰਾਦਰੀ ਤੋਂ ਵੀ ਨਹੀਂ ਡਰਦੇ, ਤਿਰਸਕਾਰ ਤੋਂ ਨਹੀਂ ਡਰਦੇ, ਨਾ ਹੀ ਕਿਸੇ ਪ੍ਰਕਾਰ ਕੋਈ ਮਾਣ ਸਤਿਕਾਰ ਕਰੇ ਤੇ ਉਹਦੇ 'ਚ ਉਹਨਾਂ ਦਾ ਚਿੱਤ ਜਿਹੜਾ ਉਹ ਖੁੱਭਦਾ ਹੈ। ਮਹਾਰਾਜ ਕਹਿੰਦੇ, ਫਿਰ ਆਸਾ ਮਨਸਾ ਸਗਲ ਤਿਆਗਾ। ਦੀਰਘ ਕਾਲ ਤੱਕ ਜਿਹੜੇ ਫੁਰਨੇ ਆਸਾ ਲੱਗੀ ਰਹਿਣੀ, ਇਹਨੂੰ ਆਸ ਕਹਿੰਦੇ ਆ। ਤੇ ਮਨਸਾ ਘੜੀ ਘੜੀ ਫੁਰਦੀਆਂ ਰਹਿਣੀਆਂ, ਇਹ ਸਾਰਾ ਤਿਆਗ ਦਿੰਦੇ ਆ। ਕਿਉਂਕਿ ਮਹਾਰਾਜ ਨੇ ਕਿਹਾ ਨਾ, ਆਸ ਅਨਿਤ ਤਿਆਗੋ ਤਰੰਗ। ਤੇ ਉਹ ਜਿਹੜੇ ਅਨਿਤ ਪਦਾਰਥ ਭਾਵ ਨਹੀਂ ਰਹਿਣ ਵਾਲੇ, ਉਹਨਾਂ ਦਾ ਤਿਆਗ ਕਰੀਏ ਤੇ ਫਿਰ ਮਨ ਦੇ ਫੁਰਨੇ ਛੁੱਟਦੇ ਆ, ਤਰੰਗਾਂ ਜਿਹੜੀਆਂ ਅੰਦਰ ਉੱਠਦੀਆਂ ਹਨ। ਤੇ ਫਿਰ ਉਹ ਸੁਖਮਨੀ ਸਾਹਿਬ 'ਚ ਜ਼ਿਕਰ ਆਉਂਦਾ ਸੀ, ਤੇ ਮਹਾਰਾਜ ਨੇ ਆਖਿਆ, ਮਹਾਰਾਜ ਛੁੱਟਦੇ ਨਹੀਂ ਫੁਰਨੇ। ਤੇ ਮਹਾਰਾਜ ਫਿਰ ਆਖਿਆ, ਸੰਤ ਜਨਾਂ ਕੀ ਧੂਰ ਮਨ ਮੰਨ।
ਸਾਧੂ ਜਨਾਂ ਦੀਆਂ ਧੂੜ ਜਿਹੜੀ ਆ ਨਾ ਉਹ ਮਨ ਵਿੱਚ ਧਾਰਨ ਕਰੋ, ਉਹ ਮੰਗੋ ਮਨ ਕਰਕੇ ਨਿਰੰਕਾਰ ਤੋਂ, ਫਿਰ ਮਨ ਦੇ ਫੁਰਨੇ ਨਾਸ਼ ਹੋਣਗੇ। ਸਾਧੂ ਜੀਵਨ ਮੁਕਤ ਮਹਾਤਮਾ ਤਿਆਗ ਕਰ ਦਿੰਦੇ ਆਸਾ ਦਾ ਮਨਸਾ ਦਾ, ਜਗ ਤੇ ਰਹਿ ਨਿਰਾਸ਼ਾ, ਜੀਣ ਤੋਂ ਨਿਰਾਸ਼ ਹੋ ਕੇ ਸੰਸਾਰ 'ਚ ਰਹਿੰਦੇ ਆ। ਇਹ ਨਹੀਂ ਕਿ ਉਹ ਝੋਰੇ ਲੱਗੇ ਰਹਿੰਦੇ ਆ। ਕਈ ਬੰਦੇ ਦੁੱਖ ਦੇ ਮਾਰੇ ਨਿਰਾਸ਼ ਹੋ ਜਾਂਦੇ ਆ ਨਾ ਸੰਸਾਰ ਤੋਂ, ਏਦਾਂ ਨਹੀਂ ਹੁੰਦਾ। ਸਾਧੂ ਦੇ ਅੰਦਰ ਤਾਂ ਨਾਨਕ ਭਗਤਾ ਸਦਾ ਵਿਗਾਸ ਕਿਹਾ ਮਹਾਰਾਜ ਨੇ, ਹਰ ਵੇਲੇ ਖੇੜਾ, ਹਰ ਵੇਲੇ ਖੁਸ਼ੀ ਹੁੰਦੀ ਹੈ ਤੇ ਸੰਸਾਰ ਵੱਲ ਨਿਰਾਸ਼ ਹੋ ਜਾਂਦੇ, ਕਿਉਂਕਿ ਸੰਸਾਰ ਤਾਂ ਮਹਾਰਾਜ ਨੇ ਕਿਹਾ ਬਾਰੂ ਕੀ ਭੀਤ ਜੈਸੇ ਬਰਫ ਦਾ ਖੁਰਾਜ ਹੈ, ਰੇਤ ਦੀ ਕੰਧ ਜਿੱਦਾਂ ਨਹੀਂ ਰਹਿੰਦੀ, ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਰਾਜ ਵੀ ਰੇਤ ਦੀ ਕੰਧ ਵਰਗਾ ਹੀ ਕਿਰ ਜਾਣ ਵਾਲਾ। ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ, ਕਾਮ ਕ੍ਰੋਧ ਜਿਹਨੂੰ ਪਰਸਦੇ ਤੱਕ ਨਹੀਂ, ਸਪਰਸ਼ ਨਹੀਂ ਕਰਦੇ, ਉਹਦੇ ਘਟ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਬ੍ਰਹਮ ਦਾ ਨਿਵਾਸ ਹੁੰਦਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਜਿਸ ਨਰ ਮਨੁੱਖ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਇਹ ਜੁਗਤ ਪਛਾਨੀ, ਉਹਨੇ ਇਸ ਜੁਗਤੀ ਨੂੰ ਪਛਾਣਿਆ, ਨਹੀਂ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਜੁਗਤ। ਮਹਾਰਾਜ ਉਹਨਾਂ ਨੂੰ ਕਿਵੇਂ ਮਿਲਾਪਤਾ ਪ੍ਰਾਪਤ ਹੁੰਦੀ ਹੈ, ਫਿਰ ਮਹਾਰਾਜ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ, ਜਿੱਦਾਂ ਪਾਣੀ ਨਾਲ ਪਾਣੀ ਮਿਲ ਜਾਂਦਾ ਨਾ, ਇਉਂ ਸਤਿਗੁਰੂ ਜੀ ਕਹਿੰਦੇ ਉਹ ਬ੍ਰਹਮ ਬੇਤੇ ਬ੍ਰਹਮ ਗਿਆਨੀ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਆ। ਪਰਮੇਸ਼ਰ ਵਿੱਚ ਜੀਂਦਿਆਂ ਵੀ ਲੀਨ ਰਹਿੰਦੇ ਆ ਤੇ ਸਰੀਰ ਛੱਡ ਕੇ ਵੀ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ। ਜਿਉਂ ਜਲ ਮੈਂ ਜਲ ਆਇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕੀਤੀ ਹੈ। ਆਪਣਾ ਆਖਰੀ ਅਰਥ ਹੀ ਆਪਾਂ ਵਿਚਾਰੇ ਆ ਤੇ ਕੱਲ ਨੂੰ ਫਿਰ ਥੋੜੀ ਸਾਖੀ ਸੁਣਾਂਗੇ ਤੇ ਫਿਰ ਅਰਥ ਨਾਲ ਸ਼ਬਦ ਦੇ ਆਪਾਂ ਵਿਸਥਾਰ ਨਾਲ ਜਿਹੜੇ ਆ ਉਹ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਦਾ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਤੇ ਆਪਾਂ ਮਹਾਰਾਜ ਦੀ ਪਵਿੱਤਰ ਬਾਣੀ ਨਾਲ ਜੁੜਾਂਗੇ। ਇੱਕ ਸ਼ਬਦ ਜਿਹਦੀ ਕਥਾ ਹੋਵੇ ਉਹਨੂੰ ਬਾਰ-ਬਾਰ ਪੜ੍ਹੋ, ਯਾਦ ਕਰੋ, ਨਾਲੇ ਕੰਠ ਕਰ ਲਿਓ ਤੇ ਜਿੰਨੇ ਦਿਨ ਹੈਗੇ ਆ ਤੇ ਆਪਾਂ ਹੋਰ ਸ਼ਬਦ ਜਿਹੜੇ ਆ ਉਹ ਵੀ ਨਾਲ ਜਿਵੇਂ ਜਿਵੇਂ ਸਤਿਗੁਰੂ ਜੀ ਨੂੰ ਭਾਏਗਾ, ਜੋ ਕੋਈ ਸੰਗਤਾਂ ਦੀ ਇੱਛਾ ਹੋਵੇਗੀ ਤਾਂ ਆਪਾਂ ਉਹ ਵੀ ਸ਼ਬਦ ਜਿਹੜੇ ਉਹਨਾਂ ਦੀ ਸਾਂਝ ਪਾ ਲਾਂਗੇ। ਤੇ ਲੜੀਵਾਰ ਜਿਹੜੀ ਚੱਲ ਰਹੀ ਆ ਕਥਾ, ਉਹ ਫਿਰ ਜਦੋਂ ਮੈਂ ਅਮਰੀਕਾ ਆ ਜਾਵਾਂਗਾ ਉਹ ਵੀ ਆਪਾਂ ਸੰਪੂਰਨ ਕਰ ਲਾਂਗੇ ਤੇ ਨੈਟ ਤੇ ਪਈ ਜਦੋਂ ਮਰਜ਼ੀ ਸੁਣ ਸਕਦੇ ਹੋ। ਤੇ ਇਹ ਜਿਹੜੀ ਆਪਣੀ ਚੱਲ ਰਹੀ ਕਥਾ ਲੜੀਵਾਰ ਗੁਰਬਾਣੀ ਦੀ ਫਿਰ ਕਥਾ ਦੀ ਸੰਥਿਆ ਦੀ, ਇਹ ਆਪਾਂ ਉਹ ਜਪਜੀ ਸਾਹਿਬ ਦੀ ਜਿਸ ਪੌੜੀ ਤੋਂ ਜਿਸ ਦਿਨ ਕਥਾ ਆਪਾਂ ਸਮਾਪਤ ਕੀਤੀ ਸੀ ਉੱਥੋਂ ਹੀ ਫੇਰ ਸ਼ੁਰੂ ਕਰਾਂਗੇ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਜੀ ਰਹਿਮਤ ਕਰਨ। ਦੋ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਈਏ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।